हेलो एवरीवन, सत श्री अकाल, नमस्ते, आदाब। मैं अमनदीप लेके हाजिर आए एंटरटेनमेंट ਦਾ ਸੈਗਮੈਂਟ यानी कि स्पाइसी रील्स। जी हाँ, जिथे बॉलीवुड ਦੀਆਂ ਕੁਝ ਖਾਸ ਖਬਰਾਂ ਤੇ ਆਪਾਂ ਨਜ਼ਰ ਮਾਰਦੇ ਹਾਂ। ਕਿਹੜੀ ਫਿਲਮ ਦਾ ਟ੍ਰੇਲਰ ਹੋਇਆ ਲਾਂਚ ਤੇ ਕੌਣ ਕਿੱਥੇ ਹੋਇਆ ਸਪੌਟ ਤੇ ਕਿਸ ਦਾ ਹੈ ਜਨਮ ਦਿਨ ਜਾਂ ਫਿਰ ਕਿਸ ਦੀ ਕਿਹੜੀ ਫਿਲਮ ਹੋ ਰਹੀ ਹੈ ਰਿਲੀਜ਼, ਕੌਣ ਜਾ ਰਿਹਾ ਉੱਪਰ ਕੌਣ ਜਾ ਰਿਹਾ ਨੀਚੇ। ਤੇ ਆਓ ਫਿਰ ਬॉलीवुड ਦੀਆਂ ਕੁਝ ਖਾਸ ਖਬਰਾਂ ਤੇ ਪਾਉਨੇ ਆ ਚਾਰ। बॉलीवुड की फैशन क्वीन करीना कपूर खान अपनी एक्टिंग के नाल अपनी स्टाइल स्टेटमेंट के लिए भी जानी जाती है। वो अक्सर ही नवे फैशन ट्रेंड्स सैट करती है जिसनों उन्होंने फैंस बेहद पसंद करते हैं। हालांकि कुछ लोग अजिहे भी ने जो उन्होंने अतरंगी स्टाइल नूं कुछ खास पसंद नहीं करते। जी हाँ, इस बार भी ट्रोलर्स ने उन्होंने निशाने ते लिया जब करीना करिश्मा एयरपोर्ट ते स्पॉट कीतियां गईयां। जी हाँ, तुहानूं दस दें कि 14 मार्च 2022 नूं करीना कपूर खान अपनी भैन करिश्मा कपूर अपने दो प्यारे बेटियां दे नाल एयरपोर्ट ते स्पॉट कीती गई सी। जी हाँ, ये परिवार फैमिली वेकेशन ते ਲਈ ਮਾਲਦੀਵ ਦੇ ਵਿੱਚ ਗਿਆ ਸੀ। ਆਪਣੀ ਫੈਮਿਲੀ ਵਕੇਸ਼ਨ ਤੋਂ ਉਹਨਾਂ ਨੇ ਕਈ ਤਸਵੀਰਾਂ ਤੇ ਵੀਡੀਓਜ਼ ਨੂੰ ਸਾਂਝਾ ਕੀਤਾ ਸੀ ਜਿਸ ਨੂੰ ਫੈਨਸ ਨੇ ਖੂਬ ਪਿਆਰ ਦਿੱਤਾ। ਜੀ ਹਾਂ, ਤੁਹਾਨੂੰ ਦੱਸੀ ਕਿ ਹਾਲ ਹੀ ਦੇ ਵਿੱਚ ਉਹਨਾਂ ਨੂੰ ਫਿਰ ਤੋਂ 에ਅਰਪੋਰਟ ਤੇ ਸਪੌਟ ਕੀਤਾ ਗਿਆ ਜਿੱਥੇ ਇਹ ਛੁੱਟੀਆਂ ਮਨਾ ਕੇ ਵਾਪਸ ਆ ਰਹੇ ਸੀ, ਜਿਸ ਕਾਰਨ ਕਰੀਨਾ ਟ੍ਰੋਲਰਸ ਦੇ ਨਿਸ਼ਾਨੇ ਦੇ ਵਿੱਚ ਆ ਗਈ। ਜੀ ਹਾਂ, ਦਰਅਸਲ ਕਰੀਨਾ ਆਪਣੇ ਬੱਚਿਆਂ ਤੇ ਭੈਣ ਕਰਿਸ਼ਮਾ ਦੇ ਨਾਲ ਹਾਲ ਹੀ ਦੇ ਵਿੱਚ ਮਾਲਦੀਵ ਤੋਂ ਛੁੱਟੀਆਂ ਮਨਾ ਕੇ ਮੁੰਬਈ ਵਾਪਸ ਆਈ। ਉਹਨਾਂ ਨੂੰ ਮੁੰਬਈ ਪ੍ਰਾਈਵੇਟ 에ਅਰਪੋਰਟ ਤੇ ਆਪਣੀ ਫੈਮਿਲੀ ਦੇ ਨਾਲ ਸਪੌਟ ਕੀਤਾ ਗਿਆ। ਕਰੀਨਾ ਦੇ ਵਾਇਰਲ ਹੋ ਰਹੀ ਇਸ ਵੀਡੀਓ ਦੇ ਵਿੱਚ ਆਪਣੀ ਭੈਣ ਕਰਿਸ਼ਮਾ ਕਪੂਰ ਅਤੇ ਬੱਚਿਆਂ ਦੇ ਨਾਲ ਨਜ਼ਰ ਆ ਰਹੀ ਹੈ। ਜੀ ਹਾਂ, ਇਸ ਦੌਰਾਨ ਉਹਨਾਂ ਨੂੰ ਪੈਪਰਾਜ਼ੀ ਨੇ ਆਪਣੇ ਕੈਮਰਾ ਦੇ ਵਿੱਚ ਕੈਦ ਕੀਤਾ। ਇਸ ਦੌਰਾਨ ਦੋਨਾਂ ਭੈਣਾਂ ਨੂੰ ਮਿਲਦੀ ਜੁਲਦੀ ਡਰੈਸ ਪਹਿਨਿਆ ਸਪੌਟ ਕੀਤਾ ਗਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਦਿਨ ਦੇ ਵਿੱਚ ਨਾਈਟ ਵੇਅਰ ਨੂੰ ਦੇਖ ਕੇ ਲੋਕ ਹੈਰਾਨ ਹੋਏ ਅਤੇ ਉਹਨਾਂ ਨੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਰੀਨਾ ਨੇ ਬੇਟੇ ਜੈ ਨੂੰ ਗੋਦ ਵਿੱਚ ਲਿਆ ਜਦਕਿ ਤੈਮੂਰ ਮਾਸੀ ਕਰਿਸ਼ਮਾ ਦੇ ਨਾਲ ਬਾਹਰ ਆ ਰਿਹਾ ਹੈ। ਇਸ ਵੀਡੀਓ ਦੇ ਸਾਹਮਣੇ ਆਉਂਦੇ ਹੀ ਜੇਕਰ ਗੱਲ ਕਰੀਏ ਤਾਂ ਉਹਨਾਂ ਨੂੰ ਟ੍ਰੋਲਰਸ ਨੇ ਨਿਸ਼ਾਨੇ ਦੇ ਵਿੱਚ ਲੈ ਲਿਆ ਕਿਉਂਕਿ ਉਹ ਨਾਈਟ ਵੇਅਰ ਦੇ ਵਿੱਚ ਯਾਨੀ ਕਿ ਪਜਾਮਾ ਅਤੇ ਟੌਪ ਦੇ ਵਿੱਚ ਨਜ਼ਰ ਆ ਰਹੇ ਸੀ। ਉਹਨਾਂ ਨੂੰ ਕਰੀਨਾ ਕਰਿਸ਼ਮਾ ਦਾ ਸ਼ਾਇਦ ਪਜਾਮਾ ਲੁੱਕ ਕੁਝ ਖਾਸ ਪਸੰਦ ਨਹੀਂ ਆਇਆ। ਇਸ ਵਜ੍ਹਾ ਦੇ ਨਾਲ ਉਹਨਾਂ ਨੂੰ ਟ੍ਰੋਲ ਕੀਤਾ ਜਾਣ ਲੱਗਿਆ। ਉੱਥੇ ਹੀ ਇਹ ਦੋਨੋਂ ਭੈਣਾਂ ਕਾਫੀ ਕੰਫੀ ਲੁੱਕ ਦੇ ਵਿੱਚ ਖੂਬਸੂਰਤ ਵੀ ਲੱਗ ਰਹੀਆਂ ਸੀ। ਜੀ ਹਾਂ, ਕਿਉਂਕਿ ਉਹਨਾਂ ਦੀ ਡਰੈਸ ਕਾਫੀ ਕੰਫਰਟੇਬਲ ਸੀ। ਇਸ ਤੋਂ ਪਹਿਲਾਂ ਕਰੀਨਾ ਨੇ ਮਾਲਦੀਵ ਤੋਂ ਇੱਕ ਤਸਵੀਰ ਸ਼ੇਅਰ ਕੀਤੀ ਸੀ ਜਿਸ ਵਿੱਚ ਉਹ ਆਪਣੀ ਭੈਣ ਕਰਿਸ਼ਮਾ ਤੇ ਬੱਚਿਆਂ ਦੇ ਨਾਲ ਰੇਤ ਦੇ ਵਿੱਚ ਬਿਕਨੀ ਤੇ ਬੈਠੇ ਹੋਏ ਨਜ਼ਰ ਆ ਰਹੀ ਸੀ। ਇਸ ਦੌਰਾਨ ਸਭ ਨੇ ਬੈਕ ਪੋਜ਼ ਦਿੱਤਾ ਸੀ। ਫੋਟੋ ਦੇ ਵਿੱਚ ਕਰਿਸ਼ਮਾ ਅਤੇ ਕਰੀਨਾ ਇਕੱਠੀਆਂ ਬੈਠੀਆਂ ਦੇਖੀਆਂ ਗਈਆਂ ਸੀ ਅਤੇ ਉਹਨਾਂ ਦੇ ਨਾਲ ਬੱਚੇ ਵੀ ਬੈਠੇ ਹੋਏ ਸੀ। ਇਹ ਫੋਟੋ ਵੀ ਕਾਫੀ ਵਾਇਰਲ ਹੋਈ ਸੀ। ਕਰੀਨਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਆਖਰੀ ਵਾਰ ਇਰਫਾਨ ਖਾਨ ਅਤੇ ਰਾਧਿਕਾ ਮਦਾਨ ਦੀ ਫਿਲਮ ਅੰਗਰੇਜ਼ੀ ਮੀਡੀਅਮ ਦੇ ਵਿੱਚ ਦੇਖਿਆ ਗਿਆ ਸੀ। ਜਲਦੀ ਉਹ ਆਮਿਰ ਖਾਨ ਦੇ ਨਾਲ ਲਾਲ ਸਿੰਘ ਚੱਡਾ ਦੇ ਵਿੱਚ ਦਿਖਾਈ ਦੇਣ ਵਾਲੀ ਹੈ। ਫਿਲਹਾਲ ਉਹਨਾਂ ਦਾ ਇਹ 에ਅਰਪੋਰਟ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਆਓ ਇਸ ਵੀਡੀਓ ਤੇ ਪਾਉਂਦੇ ਹਾਂ ਇੱਕ ਨਜ਼ਰ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਬਾਲੀਵੁੱਡ ਇੰਡਸਟਰੀ ਦੇ ਕਿਊਟ ਅਤੇ ਚਰਚਾ ਦੇ ਵਿੱਚ ਰਹਿਣ ਵਾਲੇ ਕਪਲਸ ਦੇ ਵਿੱਚੋਂ ਇੱਕ ਨੇ। ਬੀਤੀ ਰਾਤ ਦੋਨੋਂ ਸਟਾਰਸ ਨੂੰ ਆਪਣੀ ਫੈਮਿਲੀ ਦੇ ਨਾਲ ਡਿਨਰ ਡੇਟ ਇੰਜੋਏ ਕਰਦੇ ਹੋਏ ਸਪੌਟ ਕੀਤਾ ਗਿਆ। ਵਿੱਕੀ ਕੈਟਰੀਨਾ ਦੀ ਫੈਮਿਲੀ ਫੋਟੋਜ਼ ਇਸ ਸਮੇਂ ਇੰਟਰਨੈਟ ਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਨੇ। ਜੀ ਹਾਂ, ਵਿੱਕੀ ਕੌਸ਼ਲ ਆਪਣੀ ਫੈਮਿਲੀ ਦੇ ਨਾਲ ਪਤਨੀ ਕੈਟਰੀਨਾ ਕੈਫ ਦੇ ਪਰਿਵਾਰ ਦਾ ਵੀ ਖੂਬ ਧਿਆਨ ਰੱਖਦੇ ਨੇ। ਇਸ ਦੌਰਾਨ ਵਿੱਕੀ ਨੂੰ ਆਪਣੀ ਸੱਸ ਮਾਂ ਦੇ ਨਾਲ ਫੋਟੋ ਕਲਿੱਕ ਕਰਵਾਉਂਦੇ ਹੋਏ ਵੀ ਦੇਖਿਆ ਗਿਆ। ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਨੇ ਫੈਮਿਲੀ ਦੇ ਨਾਲ ਫੋਟੋ ਕਲਿੱਕ ਕਰਵਾਈ ਜੋ ਇੰਟਰਨੈਟ ਤੇ ਖੂਬ ਚਰਚਾ ਦੇ ਵਿੱਚ ਬਣੀ ਹੋਈ ਹੈ। ਕੈਟਰੀਨਾ ਕੈਫ ਅਤੇ ਉਹਨਾਂ ਦਾ ਪਰਿਵਾਰ ਅਤੇ ਵਿੱਕੀ ਕੌਸ਼ਲ ਤੇ ਉਹਨਾਂ ਦਾ ਪਰਿਵਾਰ ਡਿਨਰ ਦੇ ਲਈ ਬਾਹਰ ਗਿਆ ਜਿਸ ਦੌਰਾਨ ਪੈਪਰਾਜ਼ੀ ਨੇ ਉਹਨਾਂ ਨੂੰ ਆਪਣੇ ਕੈਮਰਾ ਦੇ ਵਿੱਚ ਕੈਦ ਕੀਤਾ। ਕੈਟਰੀਨਾ ਕੈਫ ਇਸ ਦੌਰਾਨ ਡੈਨਿਮ ਆਊਟਫਿਟ ਦੇ ਵਿੱਚ ਦਿਖਾਈ ਦਿੱਤੀ। ਉੱਥੇ ਵਿੱਕੀ ਕੌਸ਼ਲ ਵੀ ਕੈਜੂਅਲ ਲੁੱਕ ਦੇ ਵਿੱਚ ਸਪੌਟ ਕੀਤੇ ਗਏ। ਵਿੱਕੀ ਕੌਸ਼ਲ ਦੇ ਨਾਲ ਕੈਟਰੀਨਾ ਕੈਫ ਆਪਣੀ ਪਿਓਤਾ ਲਾਈਫ ਨੂੰ ਖੂਬ ਇੰਜੋਏ ਕਰ ਰਹੀ ਹੈ। ਜੀ ਹਾਂ, ਤੇ ਇਹਨਾਂ ਫੋਟੋਜ਼ ਦੇ ਵਿੱਚ ਉਹਨਾਂ ਦੇ ਚਿਹਰੇ ਤੇ ਅਲੱਗ ਹੀ ਖੁਸ਼ੀ ਦਿਖਾਈ ਦੇ ਰਹੀ ਹੈ। ਵਿੱਕੀ ਕੌਸ਼ਲ ਵਿਆਹ ਤੋਂ ਬਾਅਦ ਪਤਨੀ ਕੈਟਰੀਨਾ ਕੈਫ ਦਾ ਬੇਹੱਦ ਖਾਸ ਧਿਆਨ ਰੱਖਦੇ ਨੇ। ਜੀ ਹਾਂ, ਜੋ
ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਜੀ ਹਾਂ, ਆਏ ਦਿਨ ਹੀ ਉਹਨਾਂ ਨੂੰ ਇੱਕ ਦੂਜੇ ਦੇ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਵੀ ਦੇਖਿਆ ਜਾਂਦਾ ਹੈ ਤੇ ਅਕਸਰ ਹੀ ਇੱਕ ਦੂਜੇ ਤੇ ਪਿਆਰ ਲੁਟਾਉਂਦੇ ਹੋਏ ਵੀ ਉਹ ਨਜ਼ਰ ਆਉਂਦੇ ਨੇ। ਇਸ ਦੌਰਾਨ ਵੀ ਇੱਕ ਦੂਸਰੇ ਤੇ ਪਿਆਰ ਲੁਟਾਉਂਦੇ ਹੋਏ ਨਜ਼ਰ ਆਏ, ਜਿਸ ਦੌਰਾਨ ਉਹਨਾਂ ਨੂੰ ਪੈਪਰਾਜ਼ੀ ਨੇ ਆਪਣੇ ਕੈਮਰੇ ਦੇ ਵਿੱਚ ਕੈਦ ਕੀਤਾ। ਜੀ ਹਾਂ, ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੇ ਘਰ ਤੇ ਇਸ ਮੌਕੇ ਖੂਬ ਖੁਸ਼ ਨਜ਼ਰ ਆਏ। ਜੀ ਹਾਂ, ਇਸ ਵੀਡੀਓ ਦੇ ਵਿੱਚ ਕੈਟਰੀਨਾ ਕੈਫ ਪਤੀ ਵਿੱਕੀ, ਸੱਸੂ ਮਾਂ ਸਸੁਰ ਸ਼ਾਨ ਕੌਸ਼ਲ ਤੇ ਦੇਵਰ ਸਨੀ ਕੌਸ਼ਲ ਦੇ ਨਾਲ ਨਜ਼ਰ ਆਏ। ਇਸ ਦੌਰਾਨ ਕੈਟਰੀਨਾ ਦੀ ਮਾਂ ਵੀ ਉੱਥੇ ਮੌਜੂਦ ਰਹੀ। ਵਿੱਕੀ ਤੇ ਕੈਟਰੀਨਾ ਪਰਿਵਾਰ ਦੇ ਨਾਲ ਰੈਸਟੋਰੈਂਟ ਤੋਂ ਬਾਹਰ ਨਿਕਲਦੇ ਹੋਏ ਦਿਖਾਈ ਦਿੱਤੇ, ਜਿੱਥੇ ਪੈਪਰਾਜ਼ੀ ਉਹਨਾਂ ਨੂੰ ਆਪਣੇ ਕੈਮਰਾ ਦੇ ਵਿੱਚ ਕੈਦ ਕਰਨ ਲੱਗਾ। ਪੂਰੇ ਪਰਿਵਾਰ ਦੇ ਵਿੱਚ ਜ਼ਬਰਦਸਤ ਬੌਂਡਿੰਗ ਦੇਖਣ ਨੂੰ ਮਿਲੀ। ਫੈਨਸ ਇਸ ਵੀਡੀਓ ਨੂੰ ਵੀ ਖੂਬ ਪਸੰਦ ਕਰ ਰਹੇ ਨੇ। ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿੱਕੀ ਬਹੁਤ ਹੀ ਜਲਦ ਗੋਵਿੰਦਾ ਮੇਰਾ ਨਾਮ ਦੇ ਵਿੱਚ ਨਜ਼ਰ ਆਉਣ ਵਾਲੇ ਨੇ। ਇਸ ਤੋਂ ਇਲਾਵਾ ਐਕਟਰ ਜਲਦ ਸੈਮ ਬਹਾਦਰ ਦੇ ਵਿੱਚ ਦਿਖਾਈ ਦੇਣਗੇ। ਉੱਥੇ ਹੀ ਕੈਟਰੀਨਾ ਬਹੁਤ ਜਲਦ ਟਾਈਗਰ 3 ਦੇ ਵਿੱਚ ਦਿਖਾਈ ਦੇਣ ਵਾਲੀ ਹੈ। ਇਸ ਫਿਲਮ ਦੇ ਵਿੱਚ ਐਕਟਰੈਸ ਸਲਮਾਨ ਖਾਨ ਦੇ ਨਾਲ ਨਜ਼ਰ ਆਵੇਗੀ। ਬਾਲੀਵੁੱਡ ਸਟਾਰ ਕਿਡਸ ਦੇ ਲਈ ਫਿਲਮਾਂ ਤੱਕ ਪਹੁੰਚਣ ਦਾ ਰਾਸਤਾ ਭਾਵੇਂ ਹੀ ਆਊਟਸਾਈਡਰ ਦੇ ਕੰਪੈਰੀਜ਼ਨ ਦੇ ਨਾਲ ਆਸਾਨ ਹੁੰਦਾ ਹੈ, ਲੇਕਿਨ ਸੋਸ਼ਲ ਮੀਡੀਆ ਤੇ ਟ੍ਰੋਲਿੰਗ ਤੋਂ ਉਹ ਬਚ ਨਹੀਂ ਪਾਉਂਦੇ। ਅਨੰਨਿਆ ਪਾਂਡੇ ਨੂੰ ਵੀ ਕਦੇ ਉਹਨਾਂ ਦੇ ਐਕਟਿੰਗ ਸਕਿੱਲ ਦੀ ਵਜ੍ਹਾ ਦੇ ਨਾਲ ਟ੍ਰੋਲ ਕੀਤਾ ਜਾਂਦਾ ਹੈ, ਕਦੇ ਉਹਨਾਂ ਦੇ ਬੋਲਣ ਦੇ ਅੰਦਾਜ਼ ਨੂੰ ਲੈ ਕੇ ਤੇ ਕਦੇ ਉਹਨਾਂ ਦੇ ਕੱਪੜਿਆਂ ਨੂੰ ਲੈ ਕੇ ਟ੍ਰੋਲ ਕੀਤਾ ਜਾਂਦਾ ਹੈ। ਹਾਲ ਹੀ ਦੇ ਵਿੱਚ ਕਰਨ ਜੋਹਰ ਵੱਲੋਂ ਦਿੱਤੀ ਗਈ ਪਾਰਟੀ ਦੇ ਵਿੱਚ ਸਭ ਨੇ ਦੇਖਿਆ ਕਿ ਅਨੰਨਿਆ ਪਾਂਡੇ ਬਲੈਕ ਸ਼ਿਮਰੀ ਡਰੈਸ ਦੇ ਵਿੱਚ ਪਹੁੰਚੀ। ਉਹਨਾਂ ਦੀ ਡਰੈਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਤੁਹਾਨੂੰ ਦੱਸ ਦਈਏ ਕਿ ਇੰਸਟਾਗ੍ਰਾਮ ਤੇ ਯੂਜ਼ਰਸ ਨੇ ਉਹਨਾਂ ਦੇ ਡਰੈਸਿੰਗ ਸੈਂਸ ਨੂੰ ਲੈ ਕੇ ਉਹਨਾਂ ਤੇ ਨਿਸ਼ਾਨੇ ਸਾਧੇ ਅਤੇ ਭੱਦੇ ਕਮੈਂਟਸ ਕੀਤੇ। ਉਹਨਾਂ ਦੇ ਪਿਤਾ ਚੰਕੀ ਪਾਂਡੇ ਦਾ ਕਹਿਣਾ ਹੈ ਕਿ ਉਹਨਾਂ ਨੇ ਕਦੇ ਆਪਣੀ ਬੇਟੀਆਂ ਨੂੰ ਕੱਪੜਿਆਂ ਦੇ ਲਈ ਕੋਈ ਸਲਾਹ ਨਹੀਂ ਦਿੱਤੀ ਅਤੇ ਉਹ ਪਹਿਨਦੀਆਂ ਨੇ ਜੋ ਉਹਨਾਂ ਨੂੰ ਚੰਗਾ ਲੱਗਦਾ ਹੈ। ਜਿਵੇਂ ਤੁਹਾਨੂੰ ਦੱਸ ਦਈਏ ਕਿ ਚੰਕੀ ਪਾਂਡੇ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਦੱਸਿਆ ਕਿ ਇੱਕ ਪੇਰੈਂਟਸ ਦੇ ਨਾਤੇ ਅਸੀਂ ਕਦੇ ਵੀ ਉਹਨਾਂ ਤੇ ਇਹ ਦਬਾਅ ਨਹੀਂ ਪਾਇਆ ਕਿ ਉਹਨਾਂ ਨੂੰ ਕੀ ਪਹਿਨਣਾ ਚਾਹੀਦਾ ਹੈ ਤੇ ਕੀ ਨਹੀਂ। ਅਸੀਂ ਆਪਣੀ ਬੇਟੀਆਂ ਦੀ ਪਰਵਰਿਸ਼ ਬਹੁਤ ਚੰਗੇ ਤਰੀਕੇ ਦੇ ਨਾਲ ਕੀਤੀ ਹੈ ਅਤੇ ਉਹ ਬਹੁਤ ਸੈਂਸਿਬਲ ਨੇ। ਉਹਨਾਂ ਨੇ ਕਿਹਾ ਕਿ ਅਨੰਨਿਆ ਅੱਜ ਸ਼ੋਬਿਜ਼ ਦੀ ਦੁਨੀਆ ਦੇ ਵਿੱਚ ਹੈ ਅਤੇ ਉਹਨੂੰ ਗਲੈਮਰਸ ਦਿਖਣ ਦੀ ਬੇਹੱਦ ਜ਼ਰੂਰਤ ਹੈ ਅਤੇ ਉਹਨਾਂ ਨੂੰ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਚੰਕੀ ਪਾਂਡੇ ਨੇ ਬੇਟੀਆਂ ਦੇ ਪਹਿਰਾਵੇ ਤੇ ਕਿਹਾ ਕਿ ਇੱਕ ਚੀਜ਼ ਜੋ ਮੈਂ ਚੰਗੀ ਤਰ੍ਹਾਂ ਦੇ ਨਾਲ ਜਾਣਦਾ ਹਾਂ ਕਿ ਮੇਰੀ ਬੇਟੀਆਂ ਇੱਕ ਤਰ੍ਹਾਂ ਦੇ ਨਾਲ ਮਾਸੂਮੀਅਤ ਵਿੱਚ ਨੇ। ਮੈਨੂੰ ਲੱਗਦਾ ਹੈ ਕਿ ਕੁਝ ਵੀ ਪਹਿਨ ਸਕਦੀਆਂ ਨੇ ਅਤੇ ਬਿਨਾਂ ਅਸ਼ਲੀਲ ਲੱਗੇ ਉਸ ਨੂੰ ਕੈਰੀ ਕਰ ਸਕਦੀਆਂ ਨੇ। ਅਨੰਨਿਆ ਨੂੰ ਟ੍ਰੋਲ ਕੀਤੇ ਜਾਣ ਤੇ ਚੰਕੀ ਪਾਂਡੇ ਕਹਿੰਦੇ ਨੇ ਕਿ ਮੈਂ ਅਨੰਨਿਆ ਨੂੰ ਕਹਿੰਦਾ ਹਾਂ ਘੱਟ ਤੋਂ ਘੱਟ ਲੋਕ ਤੁਹਾਡੇ ਬਾਰੇ ਗੱਲ ਤਾਂ ਕਰ ਰਹੇ ਨੇ, ਚਾਹੇ ਉਹ ਚੰਗਾ ਹੋਵੇ ਚਾਹੇ ਉਹ ਬੁਰਾ। ਜਿਵੇਂ ਉਹਨਾਂ ਨੇ ਕਿਹਾ ਕਿ ਇਸ ਲਈ ਸਾਨੂੰ ਟ੍ਰੋਲਰਸ ਦੀ ਪਰਵਾਹ ਨਹੀਂ ਕਰਨੀ ਹੈ, ਉਸ ਨੂੰ ਖੁਦ ਹੱਸਣਾ ਸਿੱਖਣਾ ਹੈ। ਦੱਸਦੇ ਕਿ ਅਨੰਨਿਆ ਪਾਂਡੇ ਦੀ ਫਿਲਮ ਗਹਿਰਾਈਆਂ ਬੀਤੇ ਮਹੀਨੇ Amazon ਪ੍ਰਾਈਮ ਵੀਡੀਓ ਤੇ ਰਿਲੀਜ਼ ਕੀਤੀ ਗਈ ਸੀ। ਇਸ ਫਿਲਮ ਦੇ ਵਿੱਚ ਉਹਨਾਂ ਦੇ ਨਾਲ ਦੀਪਿਕਾ ਪਾਦੂਕੋਣ, ਸਿਧਾਂਤ ਚਤੁਰਵੇਦੀ ਅਤੇ ਧੈਰਯ ਕਾਂਡਾ ਸੀ। ਅਨੰਨਿਆ ਦੀ ਆਉਣ ਵਾਲੀ ਫਿਲਮ ਲਾਈਗਰ ਹੈ। ਜੇਕਰ ਗੱਲ ਕਰੀਏ ਅਨੰਨਿਆ ਪਾਂਡੇ ਦੀ ਡਰੈਸ ਦੀ ਤਾਂ ਉਹ ਬੇਹੱਦ ਬੋਲਡ ਡਰੈਸ ਦੇ ਵਿੱਚ ਇਸ ਪਾਰਟੀ ਦੌਰਾਨ ਪਹੁੰਚੀ ਸੀ, ਜਿਸ ਤੋਂ ਬਾਅਦ ਹਰ ਕਿਸੇ ਦੀ ਨਜ਼ਰ ਉਹਨਾਂ ਤੇ ਟਿਕੀ। ਜੀ ਹਾਂ, ਟ੍ਰਾਂਸਪੇਰੈਂਟ ਡਰੈਸ ਦੇ ਵਿੱਚ ਉਹਨਾਂ ਦਾ ਇਹ ਲੁੱਕ ਕਈਆਂ ਨੂੰ ਪਸੰਦ ਆਇਆ ਤੇ ਕਈਆਂ ਨੇ ਉਹਨਾਂ ਨੂੰ ਟ੍ਰੋਲ ਕੀਤਾ। ਇਸ ਪਾਰਟੀ ਦੇ ਵਿੱਚ ਵੱਡੇ ਬਾਲੀਵੁੱਡ ਸਿਤਾਰੇ ਪਹੁੰਚੇ, ਲੇਕਿਨ ਅਨੰਨਿਆ ਪਾਂਡੇ ਦੀ ਡਰੈਸ ਨੇ ਸਭ ਦਾ ਅਟੈਂਸ਼ਨ ਆਪਣੇ ਵੱਲ ਖਿੱਚ ਲਿਆ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਬੇਹੱਦ ਬੋਲਡ ਡਰੈਸ ਦੇ ਵਿੱਚ ਇਸ ਦੌਰਾਨ ਧਰਮਾ ਪ੍ਰੋਡਕਸ਼ਨਸ ਦੇ CEO ਅਪੂਰਵ ਮਹਿਤਾ ਦੀ ਜਨਮ ਦਿਨ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪਹੁੰਚੀ ਸੀ। ਬਾਲੀਵੁੱਡ ਐਕਟਰ ਅਨਿਲ ਕਪੂਰ ਦੀ ਬੇਟੀ ਯਾਨੀ ਇੰਡਸਟਰੀ ਦੀ ਫੈਸ਼ਨ ਆਈਕਨ ਸੋਨਮ ਕਪੂਰ ਆਹੂਜਾ ਜਲਦ ਹੀ ਮਾਂ ਬਣਨ ਵਾਲੀ ਹੈ। ਜੀ ਹਾਂ, ਐਕਟਰੈਸ ਜਲਦ ਹੀ ਪਤੀ ਆਨੰਦ ਆਹੂਜਾ ਦੇ ਨਾਲ ਆਪਣੇ ਪਹਿਲੇ ਬੱਚੇ ਦਾ ਸਵਾਗਤ ਕਰੇਗੀ। ਇਸ ਗੱਲ ਦੀ ਜਾਣਕਾਰੀ ਖੁਦ ਸੋਨਮ ਅਤੇ ਉਹਨਾਂ ਦੇ ਪਤੀ ਨੇ ਤਸਵੀਰਾਂ ਸਾਂਝੀਆਂ ਕਰਕੇ ਸਭ ਦੇ ਨਾਲ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ ਦੇ ਵਿੱਚ ਸੋਨਮ ਆਨੰਦ ਦੀ ਗੋਦ ਦੇ ਵਿੱਚ ਸਿਰ ਰੱਖੀ ਹੋਈ ਨਜ਼ਰ ਆ ਰਹੀ ਹੈ। ਇੱਕ ਤੋਂ ਬਾਅਦ ਇੱਕ ਕਈ ਤਸਵੀਰਾਂ ਉਹਨਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ। ਲੁੱਕ ਦੀ ਗੱਲ ਕਰੀਏ ਤਾਂ ਸੋਨਮ ਨੇ ਬਲੈਕ ਮੋਨੋਕਨੀ ਡਰੈਸ ਪਹਿਨੀ ਹੋਈ ਹੈ, ਜਿਸ ਵਿੱਚ ਉਹ ਆਪਣਾ ਬੇਬੀ ਬੰਪ ਫਲੌਟ ਕਰ ਰਹੀ ਹੈ।
ਇਸ ਦੇ ਨਾਲ ਹੀ ਸੋਨਮ ਨੇ ਲਿਖਿਆ, 4 ਹੱਥ ਜੋ ਤੁਹਾਨੂੰ ਜਿੰਨਾ ਹੋ ਸਕੇ ਉਹਨੇ ਚੰਗੇ ਦੇ ਨਾਲ ਤੁਹਾਡੀ ਪਰਵਰਿਸ਼ ਕਰਨਗੇ, 2 ਦਿਲ ਜੋ ਤੁਹਾਡੇ ਨਾਲ ਧੜਕਣਗੇ, ਇੱਕ ਪਰਿਵਾਰ ਜੋ ਤੁਹਾਨੂੰ ਪਿਆਰ ਅਤੇ ਸਪੋਰਟ ਦੇਣਗੇ। ਅਸੀਂ ਤੁਹਾਡੇ ਆਉਣ ਦਾ ਇੰਤਜ਼ਾਰ ਕਰ ਰਹੇ ਹਾਂ। #everydayphenomenal #coming this fall 2022। ਜਿਵੇਂ ਹੀ ਸੋਨਮ ਕਪੂਰ ਨੇ ਇੱਕ ਖੁਸ਼ਖਬਰੀ ਸ਼ੇਅਰ ਕੀਤੀ, ਫੈਨਸ ਤੋਂ ਲੈ ਕੇ ਸਟਾਰਸ ਤੱਕ ਉਹਨਾਂ ਨੂੰ ਵਧਾਈ ਦੇਣ ਲੱਗੇ ਅਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਪਿਆਰ ਲੁਟਾਉਣ ਲੱਗੇ। ਸੋਨਮ ਦੇ ਇਸ ਪੋਸਟ ਦੇ ਫੈਨ ਤੇ ਸੈਲਬਸ ਲਗਾਤਾਰ ਕਮੈਂਟ ਕਰ ਰਹੇ ਨੇ। ਦੱਸਦੇ ਕਿ ਸੋਨਮ ਨੇ ਮਈ 2018 ਦੇ ਵਿੱਚ ਬਿਜ਼ਨਸਮੈਨ ਆਨੰਦ ਅਨੂਜਾ ਦੇ ਨਾਲ ਵਿਆਹ ਕਰਵਾਇਆ ਸੀ। ਵਿਆਹ ਦੇ ਬਾਅਦ ਉਹ ਪਤੀ ਆਨੰਦ ਦੇ ਨਾਲ ਲੰਡਨ ਦੇ ਵਿੱਚ ਰਹਿ ਰਹੀ ਹੈ। ਜਿਵੇਂ ਸੋਨਮ ਕਪੂਰ ਦੇ ਪਹਿਲਾਂ ਵੀ ਪ੍ਰੈਗਨੈਂਸੀ ਦੀਆਂ ਕਾਫੀ ਚਰਚਾ ਹੋਈਆਂ ਸੀ, ਜਿਸ ਤੋਂ ਬਾਅਦ ਸੋਨਮ ਕਪੂਰ ਨੇ ਕਈ ਵਾਰੀ ਉਹਨਾਂ ਨੂੰ ਨਕਾਰਿਆ, ਪਰ ਇਸ ਵਾਰ ਸੋਨਮ ਕਪੂਰ ਪ੍ਰੈਗਨੈਂਟ ਹੋਈ ਤਾਂ ਉਹਨਾਂ ਨੇ ਖੁਦ ਹੀ ਆਪਣੇ ਫੈਨਸ ਦੇ ਨਾਲ ਸਾਂਝਾ ਕਰ ਲਿਆ ਤੇ ਆਪਣੇ ਫੈਨਸ ਨੂੰ ਖੁਸ਼ਖਬਰੀ ਦਿੱਤੀ। ਜਿਵੇਂ ਤੁਹਾਨੂੰ ਦੱਸਦੇ ਕਿ ਇਹਨਾਂ ਤਸਵੀਰਾਂ ਦੇ ਵਿੱਚ ਆਨੰਦ ਅਨੂਜਾ ਅਤੇ ਸੋਨਮ ਕਪੂਰ ਬੇहद ਖੁਸ਼ ਨਜ਼ਰ ਆ ਰਹੇ ਨੇ। ਇਹਨਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਆਪਣੇ ਬੱਚੇ ਦਾ ਵੈਲਕਮ ਕਰਨ ਲਈ ਕਾਫੀ ਐਕਸਾਈਟਿਡ ਨੇ। ਸੋਨਮ ਕਪੂਰ ਨੇ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ ਅਤੇ ਆਪਣੀ ਅਦਾਕਾਰੀ ਦੇ ਨਾਲ ਸਭ ਦੇ ਦਿਲਾਂ ਦੇ ਵਿੱਚ ਛਾਪ ਛੱਡੀ। ਸੋਨਮ ਕਪੂਰ ਨੇ ਤੇ ਰਣਵੀਰ ਕਪੂਰ ਨੇ ਫਿਲਮੀ ਦੁਨੀਆ ਦੇ ਵਿੱਚ ਪਹਿਲੀ ਫਿਲਮ ਦੇ ਨਾਲ ਬਾਲੀਵੁੱਡ ਦੇ ਵਿੱਚ ਡੈਬਿਊ ਕੀਤਾ ਸੀ। ਜੀ ਹਾਂ, ਸੋਨਮ ਕਪੂਰ ਅਤੇ ਰਣਵੀਰ ਕਪੂਰ ਨੇ ਸਾਂਵਰੀਆ ਫਿਲਮ ਦੇ ਵਿੱਚ ਇਕੱਠੇ ਕੰਮ ਕੀਤਾ ਸੀ, ਜਿਸ ਤੋਂ ਬਾਅਦ ਉਹਨਾਂ ਦੀ ਅਦਾਕਾਰੀ ਕਾਫੀ ਪਸੰਦ ਕੀਤੀ ਸੀ। ਹਾਲਾਂਕਿ ਦੀਪਿਕਾ ਪਾਦੂਕੋਣ ਅਤੇ ਸ਼ਾਹਰੁਖ ਖਾਨ ਦੀ ਫਿਲਮ ਓਮ ਸ਼ਾਂਤੀ ਓਮ ਦੇ ਮੁਕਾਬਲੇ ਇਹ ਫਲॉप ਰਹੀ ਸੀ, ਪਰ ਸੋਨਮ ਕਪੂਰ ਅਤੇ ਰਣਵੀਰ ਕਪੂਰ ਆਪਣੀ ਵੱਖਰੀ ਛਾਪ ਛੱਡਣ ਦੇ ਵਿੱਚ ਕਾਮਯਾਬ ਹੋਏ ਸੀ। ਸੋਨਮ ਕਪੂਰ ਦਾ ਫੈਸ਼ਨ ਹਰ ਲੜਕੀ ਫੋਲੋ ਕਰਦੀ ਹੈ। ਜੀ ਹਾਂ, ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਸੋਨਮ ਕਪੂਰ ਆਏ ਦਿਨ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ। ਆਓ ਇਹਨਾਂ ਤਸਵੀਰਾਂ ਦੀ ਪਾਉਂਦੇ ਹਾਂ ਇੱਕ ਨਜ਼ਰ। ਬਾਲੀਵੁੱਡ ਐਕਟਰੈਸ ਰਾਣੀ ਮੁਖਰਜੀ ਇੰਡਸਟਰੀ ਦੀ ਸਭ ਤੋਂ ਸਫਲ ਐਕਟਰੈਸਸ ਦੇ ਵਿੱਚੋਂ ਇੱਕ ਰਹੀ। ਸ਼ਾਹਰੁਖ ਖਾਨ ਤੋਂ ਲੈ ਕੇ ਸਲਮਾਨ ਖਾਨ ਤੱਕ ਉਹਨਾਂ ਨੇ ਹਰ ਵੱਡੇ ਸਿਤਾਰੇ ਦੇ ਨਾਲ ਕੰਮ ਕੀਤਾ ਅਤੇ ਆਪਣੀ ਪਹਿਚਾਣ ਕਾਇਮ ਕੀਤੀ। ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ ਰਾਣੀ ਮੁਖਰਜੀ ਆਪਣੀ ਪਰਸਨਲ ਲਾਈਫ ਦੇ ਲਈ ਵੀ ਖੂਬ ਸੁਰਖੀਆਂ ਬਟੋਰਦੀ ਨਜ਼ਰ ਆਉਂਦੀ ਹੈ। ਜੀ ਹਾਂ, ਅੱਜ ਵੀ ਆਦਿਤਿਆ ਚੋਪੜਾ ਦੇ ਨਾਲ ਉਹਨਾਂ ਦੀ ਲਵ ਸਟੋਰੀ ਲੋਕਾਂ ਦੀ ਜ਼ੁਬਾਨ ਤੇ ਹੁੰਦੀ ਹੈ, ਲੇਕਿਨ ਇੰਡਸਟਰੀ ਤੇ ਰਾਜ ਕਰਨ ਵਾਲੀ ਰਾਣੀ ਕਦੀ ਫਿਲਮੀ ਦੁਨੀਆ ਤੋਂ ਦੂਰ ਭੱਜਦੀ ਸੀ। ਜੀ ਹਾਂ, ਇਹ ਬੇहद ਲੋਕ ਘੱਟ ਜਾਣਦੇ ਨੇ ਤੇ ਅੱਜ ਰਾਣੀ ਮੁਖਰਜੀ ਆਪਣਾ ਜਨਮ ਦਿਨ ਮਨਾ ਰਹੀ ਹੈ। ਜੀ ਹਾਂ, ਐਕਟਿੰਗ ਅਤੇ ਫਿਲਮਾਂ ਕਦੀ ਵੀ ਰਾਣੀ ਮੁਖਰਜੀ ਦੀ ਪਹਿਲੀ ਪਸੰਦ ਨਹੀਂ ਸੀ। ਰਾਣੀ ਭਾਵੇਂ ਹੀ ਇੰਡਸਟਰੀ ਦੇ ਵਿੱਚ ਕਦਮ ਰੱਖਣਾ ਨਹੀਂ ਚਾਹੁੰਦੀ ਸੀ, ਲੇਕਿਨ ਉਹਨਾਂ ਦੀ ਕਿਸਮਤ ਨੂੰ ਜਿਵੇਂ ਇੰਡਸਟਰੀ ਹੀ ਮਨਜ਼ੂਰ ਸੀ, ਉਹ ਫਿਲਮਾਂ ਦੇ ਵਿੱਚ ਆਈ ਅਤੇ ਦਰਸ਼ਕਾਂ ਦੇ ਦਿਲਾਂ ਤੇ ਛਾ ਗਈ। ਦਰਅਸਲ ਰਾਣੀ ਪਹਿਲਾਂ ਫੈਸ਼ਨ ਡਿਜ਼ਾਈਨਰ ਬਣਨਾ ਚਾਹੁੰਦੀ ਸੀ, ਲੇਕਿਨ ਆਪਣੇ ਪਿਤਾ ਦੇ ਚੱਲਦੇ ਉਹ ਫਿਲਮਾਂ ਦਾ ਹਿੱਸਾ ਬਣੀ। ਰਾਣੀ ਮੁਖਰਜੀ ਨੇ ਪਹਿਲੀ ਹਿੰਦੀ ਫਿਲਮ ਰਾਜਾ ਕੀ ਆਏਗੀ ਬਾਰਾਤ ਕੀਤੀ ਸੀ, ਲੇਕਿਨ ਇਸ ਤੋਂ ਪਹਿਲਾਂ ਉਹ ਆਪਣਾ ਐਕਟਿੰਗ ਡੈਬਿਊ ਕਰ ਚੁੱਕੀ ਸੀ। ਰਾਣੀ ਮੁਖਰਜੀ ਨੇ ਇੱਕ ਬੰਗਾਲੀ ਫਿਲਮ ਦੇ ਨਾਲ ਆਪਣੀ ਐਕਟਿੰਗ ਦਾ ਡੈਬਿਊ ਕੀਤਾ ਸੀ। ਇਸ ਬੰਗਾਲੀ ਫਿਲਮ ਦਾ ਨਿਰਦੇਸ਼ਨ ਰਾਣੀ ਮੁਖਰਜੀ ਦੇ ਪਿਤਾ ਨੇ ਕੀਤਾ ਸੀ, ਜਿਸ ਵਿੱਚ ਐਕਟਰੈਸ ਨੇ ਪ੍ਰਸਨਜੀਤ ਚੈਟਰਜੀ ਦੇ ਨਾਲ ਸਕਰੀਨ ਸ਼ੇਅਰ ਕੀਤੀ। ਇਸ ਤੋਂ ਬਾਅਦ ਰਾਣੀ ਮੁਖਰਜੀ ਨੂੰ ਰਾਜਾ ਕੀ ਆਏਗੀ ਬਾਰਾਤ ਦੇ ਵਿੱਚ ਦੇਖਣ ਤੋਂ ਬਾਅਦ ਉਹਨਾਂ ਨੂੰ ਇੱਕ ਇੱਕ ਕਰਕੇ ਫਿਲਮਾਂ ਦੇ ਆਫਰ ਆਉਣਗੇ, ਜਿਸ ਤੋਂ ਬਾਅਦ ਗੁਲਾਮ, ਕੁਛ ਹੋਤਾ ਹੈ, ਹੈਲੋ ਬ੍ਰਦਰ, ਮਨ, ਬਿੱਛੂ, ਹਰ ਦਿਲ ਜੋ ਪਿਆਰ ਕਰੇਗਾ ਵਰਗੀਆਂ ਫਿਲਮਾਂ ਦੇ ਵਿੱਚ ਉਹ ਨਜ਼ਰ ਆਏ। ਮਰਦਾਨੀ ਅਤੇ ਬਲੈਕ ਵਰਗੀਆਂ ਫਿਲਮਾਂ ਦੇ ਵਿੱਚ ਦਮਦਾਰ ਅਦਾਕਾਰੀ ਦੇ ਲਈ ਰਾਣੀ ਮੁਖਰਜੀ ਨੂੰ ਕਈ ਅਵਾਰਡਸ ਦੇ ਨਾਲ ਨਵਾਜ਼ਿਆ ਗਿਆ। ਉਹਨਾਂ ਦੇ ਕੈਰੀਅਰ ਦੀ ਗੱਲ ਕਰੀਏ ਤਾਂ ਆਪਣੇ ਹੁਣ ਤੱਕ ਦੇ ਫਿਲਮੀ ਕੈਰੀਅਰ ਦੇ ਵਿੱਚ ਉਹਨਾਂ ਨੇ ਘੱਟ ਹੀ ਸੰਘਰਸ਼ ਕੀਤਾ। ਰਾਣੀ ਦੀ ਫਿਲਮਾਂ ਨੇ ਵੀ ਬਾਕਸ ਆਫਿਸ ਤੇ ਹਮੇਸ਼ਾ ਚੰਗਾ ਪ੍ਰਦਰਸ਼ਨ ਕੀਤਾ। ਪਰਸਨਲ ਲਾਈਫ ਦੀ ਗੱਲ ਕਰੀਏ ਤਾਂ 2014 ਦੇ ਵਿੱਚ ਉਹਨਾਂ ਨੇ ਆਦਿਤਿਆ ਚੋਪੜਾ ਦੇ ਨਾਲ ਵਿਆਹ ਕਰਵਾਇਆ, ਜਿਸ ਦੇ ਬਾਅਦ ਉਹ ਫਿਲਮਾਂ ਦੇ ਵਿੱਚ ਘੱਟ ਨਜ਼ਰ ਆਏ। ਜੀ ਹਾਂ, ਹੁਣ ਵੀ ਉਹਨਾਂ ਨੇ ਫਿਲਮਾਂ ਦੇ ਵਿੱਚ ਕਮਬੈਕ ਕੀਤਾ ਤੇ ਇੱਕ ਤੋਂ ਬਾਅਦ ਇੱਕ ਕਈ ਫਿਲਮਾਂ ਦੇ ਵਿੱਚ ਕੰਮ ਕੀਤਾ, ਪਰ ਫਿਲਹਾਲ ਰਾਣੀ ਮੁਖਰਜੀ ਨੂੰ ਪਹਿਲਾ ਵਰਗਾ ਸਟਾਰਡਮ ਨਹੀਂ ਮਿਲਿਆ। ਜਿਵੇਂ ਤੁਹਾਨੂੰ ਦੱਸਦੀ ਕਿ ਰਾਣੀ ਮੁਖਰਜੀ ਨੇ ਆਦਿਤਿਆ ਚੋਪੜਾ ਦੇ ਨਾਲ ਜਦੋਂ ਵਿਆਹ ਕਰਵਾਇਆ ਸੀ ਤਾਂ ਖੂਬ ਚਰਚਾ ਦੇ ਵਿੱਚ ਇਹ ਵਿਆਹ ਰਿਹਾ। ਰਾਣੀ ਮੁਖਰਜੀ ਦੀ ਆਵਾਜ਼ ਨੂੰ ਵੀ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਅੱਜ ਵੀ ਫੈਨਸ ਉਹਨਾਂ ਦੀ ਇੱਕ ਇੱਕ ਫਿਲਮ ਦੇਖਣ ਦੇ ਲਈ ਬੇਤਾਬ ਰਹਿੰਦੇ ਨੇ ਤੇ ਅੱਜ ਇਹ ਖੂਬਸੂਰਤ ਅਦਾਕਾਰਾ ਆਪਣਾ ਜਨਮ ਦਿਨ ਮਨਾ ਰਹੀ ਹੈ। ਇਹਨਾਂ ਦੇ ਜਨਮ ਦਿਨ ਤੇ ਹਾਰਦਿਕ ਮੁਬਾਰਕਬਾਦ।
ਬਾਲੀਵੁੱਡ ਦੇ ਖੂਬਸੂਰਤ ਕਪਲ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚੋਂ ਆਲੀਆ ਭੱਟ ਅਤੇ ਰਣਬੀਰ ਕਪੂਰ ਦਾ ਨਾਮ ਵੀ ਆ ਜਾਂਦਾ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਇਹਨਾਂ ਨੂੰ ਇਕੱਠਿਆਂ ਸਪੌਟ ਕਰਨਾ ਪੈਪਰਾਜ਼ੀ ਦੀ ਵੀ ਪਹਿਲੀ ਪਸੰਦ ਬਣਿਆ ਹੋਇਆ ਅਤੇ ਫੈਨਸ ਵੀ ਇਹਨਾਂ ਨੂੰ ਦੇਖਣ ਦੇ ਲਈ ਇਕੱਠੇ ਵਿਦਾ ਕਰਦੇ ਨੇ। ਹਾਲ ਹੀ ਦੇ ਵਿੱਚ ਅੱਜ ਸਵੇਰੇ ਪੈਪਰਾਜ਼ੀ ਨੇ ਬਾਲੀਵੁੱਡ ਦੇ ਪਾਵਰ ਕਪਲ ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ ਇਕੱਠਿਆਂ ਸ਼ਹਿਰ ਤੋਂ ਬਾਹਰ ਜਾਂਦੇ ਹੋਏ 에ਅਰਪੋਰਟ ਤੇ ਸਪੌਟ ਕੀਤਾ। ਇਸ ਜੋੜੀ ਨੇ ਨਾ ਕੇਵਲ ਕੈਜੂਅਲ ਲੁੱਕ ਚੁਣਿਆ ਬਲਕਿ ਆਪਣੇ 에ਅਰਪੋਰਟ ਲੁੱਕ ਦੇ ਵਿੱਚ ਆਪਣੀ ਟੀ-ਸ਼ਰਟਸ ਨੂੰ ਸੇਮ ਕਲਰ ਦੇ ਨਾਲ ਜੁਆਇਨ ਕੀਤਾ। ਰਣਬੀਰ ਕਪੂਰ ਅਤੇ ਆਲੀਆ ਭੱਟ ਨੂੰ ਆਪਣੀ ਗੱਡੀ ਤੋਂ ਉਤਰਦਿਆਂ ਸਪੌਟ ਕੀਤਾ ਗਿਆ ਅਤੇ ਹਮੇਸ਼ਾ ਦੀ ਤਰ੍ਹਾਂ ਉਹ ਇਸ ਵਾਰ ਵੀ ਕਾਫੀ ਖੂਬਸੂਰਤ ਲੱਗ ਰਹੇ ਸੀ। ਪੈਪਰਾਜ਼ੀ ਉਹਨਾਂ ਦੀ ਕਾਰ ਕੋਲ ਰੁਕੀ ਅਤੇ ਉਹਨਾਂ ਦੀਆਂ ਤਸਵੀਰਾਂ ਕਲਿੱਕ ਕਰਨ ਲੱਗੀ। ਜੀ ਹਾਂ, ਤੇ ਉਹਨਾਂ ਨੂੰ ਪੋਜ਼ ਦੇਣ ਦੇ ਲਈ ਕਹਿਣ ਲੱਗੀ। ਹਾਲਾਂਕਿ ਰੁਕਣ ਦੇ ਲਈ ਅਤੇ ਪੋਜ਼ ਦੇਣ ਦੇ ਲਈ ਜਦੋਂ ਉਹਨਾਂ ਨੇ ਬੇਨਤੀ ਕੀਤੀ ਤਾਂ ਰਣਬੀਰ ਨੇ ਇੱਕ ਮਜ਼ੇਦਾਰ ਜਵਾਬ ਦਿੱਤਾ। ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੈਪਰਾਜ਼ੀ ਨੇ ਰਣਬੀਰ ਅਤੇ ਆਲੀਆ ਨੂੰ ਤਸਵੀਰਾਂ ਦੇ ਲਈ ਰੁਕਣ ਲਈ ਕਿਹਾ। ਹਾਲਾਂਕਿ ਰਣਬੀਰ ਨੂੰ ਉਹਨਾਂ ਨੂੰ ਇਹ ਕਹਿੰਦਿਆਂ ਦੇਖਿਆ ਗਿਆ ਕਿ ਉਹ ਪਹਿਲਾਂ ਹੀ ਹੌਲੀ ਚੱਲ ਰਹੇ ਨੇ। ਇਹ ਸੁਣ ਕੇ ਆਲੀਆ ਹੱਸ ਪਈ ਅਤੇ ਕੈਮਰੇ ਤੋਂ ਮੂੰਹ ਸਾਈਡ ਕੀਤਾ। ਇੱਕ ਵਾਰ ਫਿਰ ਜਦ ਪੈਪਰਾਜ਼ੀ ਨੇ ਆਲੀਆ ਤੇ ਰਣਬੀਰ ਨੂੰ ਰੁਕਣ ਦੇ ਲਈ ਬੇਨਤੀ ਕੀਤੀ ਤਾਂ ਰਣਬੀਰ ਨੇ ਉਹਨਾਂ ਨੂੰ ਕਿਹਾ ਕਿ ਜਦ ਕੋਈ ਚੱਲ ਰਿਹਾ ਹੋਵੇ ਤਾਂ ਤਸਵੀਰਾਂ ਬਿਹਤਰ ਆਉਂਦੀਆਂ ਨੇ। ਉਹਨਾਂ ਨੇ ਕਿਹਾ ਕਿ ਚੱਲਦੇ ਹੋਏ ਪਿਕਚਰਸ ਹੋਰ ਜ਼ਿਆਦਾ ਬਿਹਤਰ ਆਉਂਦੀ ਹੈ ਨਾ। ਇਸ ਤੇ ਇੱਕ ਪੈਪਰਾਜ਼ੀ ਨੇ ਜਵਾਬ ਦਿੱਤਾ ਅਤੇ ਆਰਕੇ ਦੇ 에ਅਰਪੋਰਟ ਲੁੱਕ ਦੀ ਤਾਰੀਫ ਕੀਤੀ। ਕਪਲ ਨੇ 에ਅਰਪੋਰਟ ਦੇ ਗੇਟ ਤੇ ਪੋਜ਼ ਦਿੱਤੇ ਅਤੇ ਫਿਰ ਚਲੇ ਗਏ। ਰਣਬੀਰ ਵਾਈਟ ਟੀ-ਸ਼ਰਟ ਅਤੇ ਬਲੈਕ ਬਾਟਮ ਦੇ ਵਿੱਚ ਨਜ਼ਰ ਆਏ ਜਦਕਿ ਆਲੀਆ ਨੇ ਵਾਈਟ ਟੀ-ਸ਼ਰਟ ਦੇ ਨਾਲ ਬਲੂ ਜੀਨਸ ਕੈਰੀ ਕੀਤੀ ਹੋਈ ਸੀ। ਹਾਲ ਹੀ ਦੇ ਵਿੱਚ ਆਲੀਆ ਦੀ ਫਿਲਮ RRR ਆਉਣ ਵਾਲੀ ਹੈ ਜਿਸ ਵਿੱਚ ਆਲੀਆ ਰਾਮਚਰਨ ਜੂਨੀਅਰ NTR SS ਰਾਜਮੌਲੀ ਦੇ ਨਾਲ ਆਪਣੀ ਫਿਲਮ ਦਾ ਪ੍ਰਚਾਰ ਕਰ ਰਹੀ ਹੈ। ਦੂਸਰੀ ਸਾਈਡ ਰਣਬੀਰ ਕਪੂਰ ਵੀ ਆਪਣੀ ਫਿਲਮਾਂ ਦੇ ਲਈ ਬਿਜ਼ੀ ਨੇ। ਬॉयਫ੍ਰੈਂਡ ਦੀ ਗੱਲ ਕਰੀਏ ਤਾਂ ਬ੍ਰਹਮਾਸਤਰ ਦੇ ਵਿੱਚ ਆਲੀਆ ਅਤੇ ਰਣਬੀਰ ਇਕੱਠੇ ਨਜ਼ਰ ਆਉਣ ਵਾਲੇ ਨੇ। ਇਹ ਫਿਲਮ 9 ਸਤੰਬਰ 2022 ਨੂੰ ਰਿਲੀਜ਼ ਹੋਣ ਵਾਲੀ ਹੈ। ਆਓ ਇਹਨਾਂ ਲਵ ਬਰਡਸ ਤੇ ਪਾਉਂਦੇ ਹਾਂ ਇੱਕ ਨਜ਼ਰ। आलिया जी हाय 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 यार के हाय एक सेकंड रुक जाओ ना, अलाउ नहीं करेंगे। बाय बाय रुक जाओ। आलिया जी आप एक सेकंड रुक जाओ ना, रुक जाओ ना। जल्दी में पिक्चर लो, बेटर लगता है। भाई बहुत कड़क लुक है तो यहाँ पे हो गया इसी लेना गंगू भाई साथ में ਸਾਊਥ ਦੇ ਮਸ਼ਹੂਰ ਡਾਇਰੈਕਟਰ SS ਰਾਜਾਮੌਲੀ ਜੋ ਕਾਫੀ ਸਮੇਂ ਤੋਂ ਬਾਹੂਬਲੀ ਫਿਲਮ ਬਣਾਉਣ ਤੋਂ ਬਾਅਦ ਚਰਚਾ ਦੇ ਵਿੱਚ ਨੇ। ਬਾਹੂਬਲੀ ਫਿਲਮ ਦੀ ਕਾਮਯਾਬੀ ਤੋਂ ਬਾਅਦ ਹੁਣ ਉਹਨਾਂ ਵੱਲੋਂ RRR ਫਿਲਮ ਬਣਾਈ ਜਾ ਰਹੀ ਹੈ ਜੋ ਕਿ ਫਰੀडम फाइटर ਤੇ ਬਣਾਈ ਗਈ ਹੈ। ਇਸ ਦੀ ਪ੍ਰਮੋਸ਼ਨ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਕਰ ਰਹੇ ਨੇ। ਹਾਲ ਹੀ ਦੇ ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਉਹ ਨਤਮਸਤਕ ਹੋਣ ਦੇ ਲਈ ਪਹੁੰਚੇ। ਜੀ ਹਾਂ, ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਲਈ ਫਿਲਮ ਦੀ ਟੀਮ ਪਹੁੰਚੀ। ਤੁਹਾਨੂੰ ਦੱਸਦੀ ਕਿ ਉਮੀਦ ਹੈ ਕਿ ਬਾਹੂਬਲੀ ਫਿਲਮ ਵਾਂਗ ਇਹ ਵੀ ਫਿਲਮ ਦੁਨੀਆ ਦੇ ਵਿੱਚ ਆਪਣੀ ਪ੍ਰਸਿੱਧੀ ਖੱਟੇ। ਜੀ ਹਾਂ, ਤੁਹਾਨੂੰ ਦੱਸਦੇ ਕਿ ਇਸ ਫਿਲਮ ਦੀ ਪ੍ਰਸਿੱਧੀ ਲਈ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਏ ਅਤੇ ਫਿਲਮ ਦੀ ਟੀਮ ਵੱਲੋਂ ਅਰਦਾਸ ਕੀਤੀ ਗਈ। ਇਸ ਦੌਰਾਨ SS ਰਾਜਾਮੌਲੀ ਅਤੇ ਉਹਨਾਂ ਦੇ ਨਾਲ ਪੂਰੀ ਟੀਮ ਨੇ ਕੁੜਤਾ ਪਜਾਮਾ ਪਾਇਆ ਹੋਇਆ ਸੀ ਅਤੇ ਉਹਨਾਂ ਦੀ ਕੁੜਤੇ ਪਜਾਮੇ ਤੇ ਉਹਨਾਂ ਦੀ ਫਿਲਮ ਦਾ RRR ਦਾ ਟੈਗ ਲੱਗਿਆ ਹੋਇਆ ਸੀ। ਤੁਹਾਨੂੰ ਦੱਸਦੇ ਕਿ ਸਾਊਥ ਦੀਆਂ ਫਿਲਮਾਂ ਇਸ ਸਮੇਂ ਪੂਰੇ ਦੇਸ਼ ਦੇ ਨੰਬਰ 1 ਤੇ ਨੇ। ਸਾਊਥ ਦੀਆਂ ਫਿਲਮਾਂ ਤੋਂ ਬਾਅਦ ਹੀ ਹਿੰਦੀ ਫਿਲਮਾਂ ਵੀ ਬਹੁਤ ਸਾਰੀਆਂ ਡਬ ਕੀਤੀਆਂ ਜਾ ਰਹੀਆਂ ਨੇ ਤੇ ਹੁਣ ਇਸ ਨੂੰ ਇੱਕ ਵਾਰ ਫਿਰ ਬਾਹੂਬਲੀ ਫਿਲਮ ਤੋਂ ਬਾਅਦ RRR ਫਿਲਮ ਸਾਊਥ ਵੱਲੋਂ ਬਣਾਈ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਫਿਲਮ ਦੇਸ਼ 'ਚ ਕਿੰਨਾ ਕੁ ਨਾਮ ਕਮਾ ਪਾਉਂਦੀ ਹੈ। ਇਸ ਤੋਂ ਇਲਾਵਾ ਹੀ ਜੇਕਰ ਫਿਲਮ RRR ਦੀ ਗੱਲ ਕਰੀਏ ਤਾਂ ਵੱਡੇ ਪੈਮਾਨੇ ਤੇ ਇਸ ਫਿਲਮ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਹਾਲ ਹੀ ਦੇ ਵਿੱਚ ਫਿਲਮ ਦੇ ਨਿਰਮਾਤਾਵਾਂ ਨੇ ਅਤੇ ਕਲਾਕਾਰਾਂ ਨੇ ਇਸ ਸਫ਼ਰ ਦੀ ਆਪਣੀ ਲੇਟੈਸਟ ਤਸਵੀਰ ਨੂੰ ਵੀ ਸਾਂਝਾ ਕੀਤਾ ਜੋ ਉਹਨਾਂ ਦੇ ਪ੍ਰਸ਼ੰਸਕਾਂ ਦੇ ਲਈ ਬੇहद ਹੈਰਾਨ ਕਰਨ ਵਾਲੀ ਸੀ। ਜੀ ਹਾਂ, ਫੈਨਸ ਜਿਸ ਤੇ ਇਸ ਮੂਵੀ ਨੂੰ ਲੈ ਕੇ ਐਕਸਾਈਟਡ ਨੇ। ਇਸੇ ਤਰ੍ਹਾਂ ਹੈਦਰਾਬਾਦ, ਬੈਂਗਲੁਰੂ, ਵਡੋਦਰਾ, ਦਿੱਲੀ, ਅੰਮ੍ਰਿਤਸਰ, ਜੈਪੁਰ, ਕੋਲਕਾਤਾ ਤੇ ਵਾਰਾਣਸੀ ਤੋਂ ਦੁਬਈ ਤੱਕ ਨਿਰਮਾਤਾਵਾਂ ਨੇ ਵੱਡੇ ਪੈਮਾਨੇ ਤੇ ਫਿਲਮ ਨੂੰ ਪ੍ਰਮੋਟ ਕੀਤਾ ਹੋਇਆ ਅਤੇ ਪ੍ਰਮੋਸ਼ਨ ਦੀ ਯੋਜਨਾ ਦੀ ਤਿਆਰੀ ਹੈ। ਜੀ ਹਾਂ, ਉਹ 18 ਤੋਂ 22 ਮਾਰਚ ਤੱਕ ਫਿਲਮ ਦੇ ਪ੍ਰਚਾਰ ਦੇ ਲਈ ਦੇਸ਼ ਦੇ ਪ੍ਰਮੁੱਖ ਸੰਭਾਵਿਤ ਬਾਜ਼ਾਰਾਂ ਦਾ ਦੌਰਾ ਕਰਨਗੇ। ਇਸੇ ਦੌਰਾਨ ਜੇਕਰ ਗੱਲ ਕਰੀਏ ਫਿਲਮ RRR ਦੀ ਪ੍ਰਮੋਸ਼ਨ ਦੀ, ਅਜਿਹੇ ਵਿੱਚ ਇਸ ਮੈਗਨਮ ਓਪਸ ਦੇ ਮੇਕਰਸ ਨੇ ਫਿਲਮ ਦੀ ਜ਼ਬਰਦਸਤ ਪ੍ਰਮੋਸ਼ਨ ਦੇ ਲਈ ਮਲਟੀ ਸਿਟੀ ਟੂਰ ਦੀ ਯੋਜਨਾ ਬਣਾਈ। ਇਸ ਸਫ਼ਰ ਤੇ ਨਿਕਲੀ ਫਿਲਮ ਦੀ ਪੈਨ ਇੰਡੀਆ ਕਾਸਟ ਜਿਸ ਵਿੱਚ ਨਿਰਦੇਸ਼ਕ SS
ਰਾਜਾਮੌਲੀ ਦੇ ਨਾਲ ਅਦਾਕਾਰ ਜੂਨੀਅਰ ਐਨਟੀਆਰ ਅਤੇ ਰਾਮ ਚਰਨ ਨੇ ਬੈਂਗਲੁਰੂ, ਹੈਦਰਾਬਾਦ, ਦੁਬਈ ਦੇ ਬਾਅਦ ਹੁਣ ਵਡੋਦਰਾ ਦੀ ਸਰਦਾਰ ਵੱਲਭ ਭਾਈ ਪਟੇਲ ਸਟੈਚੂ ਆਫ ਯੂਨਿਟੀ ਦਾ ਦੌਰਾ ਕੀਤਾ। ਦਿਲਚਸਪ ਗੱਲ ਇਹ ਰਹੀ ਕਿ ਇਸ ਦੇ ਨਾਲ ਹੀ RRR ਭਾਰਤ ਦੇ ਇਤਿਹਾਸਿਕ ਸਮਾਰਕ ਦਾ ਦੌਰਾ ਕਰਨ ਵਾਲੀ ਇਹ ਪਹਿਲੀ ਫਿਲਮ ਬਣ ਗਈ। ਜੀ ਹਾਂ, ਤੇ ਹਾਲ ਹੀ ਦੇ ਵਿੱਚ ਉਹ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੀ ਨਤਮਸਤਕ ਹੋਏ। ਬੰਬ ਜੱਟ ਲਾਈਫਸਟਾਈਲ, ਆਕੜ, ਟ੍ਰੈਂਡਿੰਗ ਨਖਰਾ, ਮਿੱਠੀ ਮਿੱਠੀ, ਬਾਪੂ, ਮਾਂ ਵਰਗੇ ਕਈ ਗੀਤਾਂ ਦੇ ਨਾਲ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਅੰਮ੍ਰਿਤ ਮਾਨ ਨੇ ਆਪਣੇ ਪ੍ਰਸ਼ੰਸਕਾਂ ਦੇ ਨਾਲ ਇੱਕ ਹੋਰ ਖੁਸ਼ੀ ਸਾਂਝੀ ਕੀਤੀ ਹੈ। ਜੀ ਹਾਂ, ਤੁਹਾਨੂੰ ਦੱਸ ਦਈਏ ਕਿ ਅੰਮ੍ਰਿਤ ਮਾਨ ਜੋ ਆਪਣੀ ਲੁੱਕ, ਆਪਣੇ ਗੀਤਾਂ ਦੇ ਨਾਲ ਹਮੇਸ਼ਾ ਚਰਚਾ ਦੇ ਵਿੱਚ ਬਣੇ ਰਹਿੰਦੇ ਨੇ ਤੇ ਨੌਜਵਾਨ ਉਹਨਾਂ ਦੇ ਗੀਤਾਂ ਨੂੰ ਖੂਬ ਪਸੰਦ ਕਰਦੇ ਨੇ। ਉਹਨਾਂ ਨੇ ਇੱਕ ਵਾਰ ਫਿਰ ਤੋਂ ਇੱਕ ਖੁਸ਼ੀ ਸਾਂਝੀ ਕੀਤੀ ਹੈ, ਜਿਸ ਨੂੰ ਸੁਣਨ ਤੋਂ ਬਾਅਦ ਉਹਨਾਂ ਦੇ ਫੈਨਸ ਬੇहद ਖੁਸ਼ ਹੋਏ। ਜੀ ਹਾਂ, ਉਹ ਟੋਰਾਂਟੋ ਦੇ ਬਿਲਬੋਰਡ ਉੱਤੇ ਜਗ੍ਹਾ ਬਣਾਉਣ ਦੇ ਵਿੱਚ ਕਾਮਯਾਬ ਹੋਏ ਨੇ। ਅੰਮ੍ਰਿਤ ਮਾਨ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਬਿਲਬੋਰਡ ਵਾਲੀ ਤਸਵੀਰ ਸਾਂਝੀ ਕੀਤੀ। ਉਹਨਾਂ ਨੇ ਕੈਪਸ਼ਨ 'ਚ ਲਿਖਿਆ, ਤੇਰੇ ਲਿਖ ਦੂ ਟੋਰਾਂਟੋ ਵਿੱਚ ਨਾ, ਬਿਲੋਨੀ ਬਿਲਬੋਰਡ ਉੱਤੇ #grateful #billboard #ਟੋਰਾਂਟੋ। ਇਸ ਦੇ ਨਾਲ ਹੀ ਉਹਨਾਂ ਨੇ ਆਪਣੀ ਟੀਮ ਨੂੰ ਵੀ ਟੈਗ ਕੀਤਾ। ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਅੰਮ੍ਰਿਤ ਮਾਨ ਨੂੰ ਵਧਾਈਆਂ ਦੇ ਰਹੇ ਨੇ। ਬਿਲਬੋਰਡ ਉੱਤੇ ਅੰਮ੍ਰਿਤ ਮਾਨ ਦਾ ਗੀਤ ਜੱਟ ਫਲੈਕਸ ਦਾ ਪੋਸਟਰ ਸ਼ੋਅ ਕੀਤਾ ਜਾ ਰਿਹਾ ਹੈ। ਦੱਸਦੇ ਕਿ ਉਹਨਾਂ ਦਾ ਇਹ ਗੀਤ ਇਸ ਸਾਲ ਜਨਵਰੀ ਮਹੀਨੇ ਦੇ ਵਿੱਚ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਦੱਸਦੇ ਅੰਮ੍ਰਿਤ ਮਾਨ ਹਾਲ ਹੀ ਦੇ ਵਿੱਚ ਬੱਬਰ ਫਿਲਮ ਦੀ ਰਿਲੀਜ਼ ਤੇ ਵੀ ਬੇहद ਖੁਸ਼ ਨੇ। ਜੀ ਹਾਂ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਫਿਲਮ ਨੂੰ ਮਿਲ ਰਹੇ ਰਿਸਪਾਂਸ ਤੋਂ ਬਾਅਦ ਅੰਮ੍ਰਿਤ ਮਾਨ ਨੇ ਬੱਬਰ 2 ਦਾ ਐਲਾਨ ਕਰਨ ਬਾਰੇ ਵੀ ਗੱਲਬਾਤ ਕੀਤੀ। ਜੀ ਹਾਂ, ਉਹਨਾਂ ਨੇ ਲਿਖਿਆ ਕਿ ਜਿਵੇਂ ਦਾ ਰਿਸਪਾਂਸ ਬੱਬਰ ਨੂੰ ਮਿਲ ਰਿਹਾ ਹੈ, ਉਵੇਂ ਲੱਗਦਾ ਹੈ ਕਿ ਬੱਬਰ 2 ਜਲਦ ਹੀ ਬਣਾਉਣਾ ਪਵੇਗਾ। ਉਸ ਤੋਂ ਬਾਅਦ ਉਹਨਾਂ ਨੇ ਆਪਣੇ ਫੈਨਸ ਨੂੰ ਪੁੱਛਿਆ ਕੀ ਖਿਆਲ ਹੈ। ਦੱਸਦੇ ਕਿ ਅੰਮ੍ਰਿਤ ਮਾਨ ਬਤੌਰ ਗੀਤਕਾਰ ਪੰਜਾਬੀ ਇੰਡਸਟਰੀ ਦੇ ਵਿੱਚ ਕਦਮ ਰੱਖਿਆ ਸੀ। ਉਹਨਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਗਾ ਚੁੱਕੇ ਨੇ। ਵਧੀਆ ਗੀਤਕਾਰ ਹੋਣ ਤੋਂ ਇਲਾਵਾ ਉਹ ਕਮਾਲ ਦੇ ਗਾਇਕ ਨੇ, ਜਿਨ੍ਹਾਂ ਨੇ ਆਪਣੀ ਆਵਾਜ਼ 'ਚ ਕਈ ਸੁਪਰਹਿੱਟ ਗੀਤ ਦਿੱਤੇ। ਉਹ ਅਦਾਕਾਰੀ ਦੇ ਖੇਤਰ ਦੇ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਨੇ। ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਅੰਮ੍ਰਿਤ ਮਾਨ ਨੇ ਬੱਬਰ ਫਿਲਮ ਦੀ ਸਫਲਤਾ ਤੋਂ ਬਾਅਦ ਵੀ ਇੱਕ ਵੀਡੀਓ ਸਾਂਝੀ ਕੀਤੀ ਸੀ, ਜਿਸ ਦੌਰਾਨ ਉਹਨਾਂ ਨੇ ਆਪਣੇ ਫੈਨਸ ਦਾ ਧੰਨਵਾਦ ਵੀ ਕੀਤਾ ਸੀ। ਆਪਣੀ ਪਹਿਲੀ ਫਿਲਮ ਸ਼ੂਟਰ ਨੂੰ ਲੈ ਕੇ ਚਰਚਾ 'ਚ ਰਹਿਣ ਵਾਲੇ ਜੈ ਰੰਧਾਵਾ। ਜੀ ਹਾਂ, ਉਹਨਾਂ ਦੀ ਹੁਣ ਹਾਲ ਹੀ ਦੇ ਵਿੱਚ ਚੋਬਰ ਫਿਲਮ ਆ ਰਹੀ ਹੈ, ਜਿਸ ਨੂੰ ਉਹ ਬਾਕੀ ਫਿਲਮਾਂ ਤੋਂ ਵੱਖਰੀ ਦੱਸ ਰਹੇ ਨੇ ਅਤੇ ਕਹਿ ਰਹੇ ਨੇ ਕਿ ਅਜਿਹੀ ਫਿਲਮ ਪਹਿਲਾਂ ਕਿਸੇ ਨੇ ਨਹੀਂ ਬਣਾਈ। ਜੀ ਹਾਂ, ਤੇ ਚੋਬਰ ਤੋਂ ਉਹ ਕਈ ਤਸਵੀਰਾਂ ਅਤੇ ਵੀਡੀਓਜ਼ ਨੂੰ ਲਗਾਤਾਰ ਆਪਣੇ ਸੋਸ਼ਲ ਮੀਡੀਆ ਤੇ ਵੀ ਸਾਂਝਾ ਕਰ ਰਹੇ ਨੇ, ਜਿਨ੍ਹਾਂ ਤਸਵੀਰਾਂ ਤੇ ਵੀਡੀਓਜ਼ ਨੂੰ ਪ੍ਰਸ਼ੰਸਕ ਖੂਬ ਪਸੰਦ ਕਰ ਰਹੇ ਨੇ। ਪਰ ਹਾਲ ਹੀ ਦੇ ਵਿੱਚ ਜੈ ਰੰਧਾਵਾ ਨੇ 2 ਤਸਵੀਰਾਂ ਅਜਿਹੀਆਂ ਸਾਂਝੀਆਂ ਕੀਤੀਆਂ ਜਿਸ ਨੂੰ ਦੇਖ ਲੋਕ ਕਨਫਿਊਜ਼ ਹੁੰਦੇ ਹੋਏ ਵੀ ਨਜ਼ਰ ਆਏ। ਜੀ ਹਾਂ, ਜੈ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਇਹਨਾਂ
ਤਸਵੀਰਾਂ 'ਚ ਜੈ ਰੰਧਾਵਾ ਕੁਲਦੀਪ ਮਾਣਕ ਦੀ ਲੁੱਕ ਦੇ ਵਿੱਚ ਨਜ਼ਰ ਆ ਰਹੇ ਨੇ। ਜੈ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਤੋਂ ਬਾਅਦ ਇੱਕ ਦੋ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ 'ਚ ਉਹ ਤੁਰਲੇ ਵਾਲੀ ਪੱਗ ਅਤੇ ਕੁੜਤਾ ਚਾਦਰਾ ਪਾਏ ਹੋਏ ਨਜ਼ਰ ਆ ਰਹੇ ਨੇ। ਮੀਡੀਆ ਰਿਪੋਰਟਸ ਮੁਤਾਬਕ ਜੈ ਰੰਧਾਵਾ ਨੂੰ ਲੈ ਕੇ ਅਫਵਾਹਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ ਕਿ ਉਹ ਕੁਲਦੀਪ ਮਾਣਕ ਦੀ ਬਾਇਓਪਿਕ ਦੇ ਵਿੱਚ ਕੰਮ ਕਰ ਰਹੇ ਨੇ। ਜੀ ਹਾਂ, ਹਾਲਾਂਕਿ ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜੈ ਰੰਧਾਵਾ ਨੇ ਇਸ ਤਰ੍ਹਾਂ ਦੀ ਕੋਈ ਪੁਸ਼ਟੀ ਨਹੀਂ ਕੀਤੀ। ਜੈ ਰੰਧਾਵਾ ਨੇ ਸਿਰਫ ਤਸਵੀਰਾਂ ਸਾਂਝੀਆਂ ਕਰਕੇ ਹਾਰਟ ਇਮੋਜੀ ਪੋਸਟ ਕੀਤੀ। ਜੈ ਰੰਧਾਵਾ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਹਿਲੀ ਫਿਲਮ ਸ਼ੂਟਰ ਨੂੰ ਲੈ ਕੇ ਚਰਚਾ ਦੇ ਵਿੱਚ ਆਏ ਸਨ। ਹਾਲਾਂਕਿ ਇਹ ਫਿਲਮ ਵਿਵਾਦਿਤ ਹੋਣ ਕਾਰਨ ਰਿਲੀਜ਼ ਨਹੀਂ ਹੋ ਪਾਈ। ਫਿਰ ਜਦੋਂ ਰਿਲੀਜ਼ ਹੋਈ ਫਿਰ ਤੋਂ ਬੈਨ ਹੋ ਗਈ, ਜਿਸ ਤੋਂ ਬਾਅਦ ਇਸ ਫਿਲਮ ਦਾ ਨਾਮ ਬਦਲ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਇਮਤਿਆਜ਼ ਅਲੀ ਨੇ ਮਰਹੂਮ ਅਤੇ ਪ੍ਰਸਿੱਧ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਬਣਾਉਣ ਦਾ ਫੈਸਲਾ ਕੀਤਾ ਸੀ, ਜਿਸ ਵਿੱਚ ਹੁਣ ਦਿਲਜੀਤ ਦੋਸਾਂਝ ਦਾ ਨਾਮ ਆ ਰਿਹਾ ਹੈ ਕਿ ਦਿਲਜੀਤ ਦੋਸਾਂਝ ਅਮਰ ਸਿੰਘ ਚਮਕੀਲਾ ਹੋਣਾ ਦਾ ਕਿਰਦਾਰ ਨਿਭਾਉਣਗੇ। ਹਾਲਾਂਕਿ ਇਸ ਤੋਂ ਪਹਿਲਾਂ ਕਾਰਤਿਕ ਆਰੀਅਨ ਹੋਣਾ ਦਾ ਨਾਮ ਵੀ ਸਾਹਮਣੇ ਆ ਰਿਹਾ ਸੀ ਕਿ ਇਸ ਫਿਲਮ ਦੇ ਵਿੱਚ ਅਮਰ ਸਿੰਘ ਚਮਕੀਲਾ ਦਾ ਕਿਰਦਾਰ ਕਾਰਤਿਕ ਆਰੀਅਨ ਹੋਣੀ ਨਿਭਾਉਣਗੇ, ਪਰ ਮੀਡੀਆ ਰਿਪੋਰਟਸ ਦੇ ਵਿੱਚ ਗਰਮੋ-ਗਰਮੀ ਇਹੀ ਹੈ ਕਿ ਦਿਲਜੀਤ ਦੋਸਾਂਝ ਸ਼ਾਇਦ ਉਸ ਕਿਰਦਾਰ ਨੂੰ ਨਿਭਾ ਰਹੇ ਨੇ। ਜੇਕਰ ਅਮਰ ਸਿੰਘ ਚਮਕੀਲਾ ਤੇ ਬਾਇਓਪਿਕ ਬਣਨ ਜਾ ਰਹੀ ਹੈ ਤਾਂ ਉਸ ਵਿੱਚ ਦਿਲਜੀਤ ਦੋਸਾਂਝ ਹੋਣਗੇ, ਤੇ ਜੇਕਰ ਬਾਇਓਪਿਕ ਬਣ ਰਹੀ ਹੈ ਕੁਲਦੀਪ ਮਾਣਕ ਦੀ ਤਾਂ ਕੁਲਦੀਪ ਮਾਣਕ ਬਣਿਆ ਦੀਆਂ ਦੋ ਤਸਵੀਰਾਂ ਸਾਂਝੀਆਂ ਕਰਕੇ ਸਭ ਨੂੰ ਕਿਤੇ ਨਾ ਕਿਤੇ ਕਨਫਿਊਜ਼ਨ ਦੇ ਵਿੱਚ ਪਾ ਦਿੱਤਾ ਹੈ ਜੈ ਰੰਧਾਵਾ ਨੇ। ਹਾਲ ਹੀ ਦੇ ਵਿੱਚ ਜੇਕਰ ਗੱਲ ਕਰੀਏ ਫਿਲਮ ਚੋਬਰ ਦੀ ਸ਼ੂਟਿੰਗ ਪੂਰੀ ਕੀਤੀ ਹੈ। ਇਸ ਦੀ ਜਾਣਕਾਰੀ ਅਦਾਕਾਰ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸਾਂਝੀ ਕੀਤੀ ਸੀ ਅਤੇ ਚੋਬਰ ਫਿਲਮ ਦੇ ਸ਼ੂਟ ਸੈੱਟ ਤੋਂ ਵੀ ਉਹ ਕਾਫੀ ਤਸਵੀਰਾਂ ਤੇ ਵੀਡੀਓਜ਼ ਨੂੰ ਸਾਂਝਾ ਕਰਦੇ ਰਹਿੰਦੇ ਨੇ। ਬਾਲੀਵੁੱਡ ਸਟਾਰ ਅਜੇ ਦੇਵਗਨ, ਅਮਿਤਾਭ ਬੱਚਨ ਅਤੇ ਰਕੁਲਪ੍ਰੀਤ ਸਿੰਘ ਦੀ ਆਗਾਮੀ ਫਿਲਮ ਰਨਵੇ 34 ਦਾ ਟ੍ਰੇਲਰ ਅੱਜ ਰਿਲੀਜ਼ ਕਰ ਦਿੱਤਾ ਗਿਆ। ਜੀ ਹਾਂ, ਕੁਝ ਦਿਨ ਪਹਿਲਾਂ ਹੀ ਫਿਲਮ ਦੇ ਨਾਲ ਜੁੜੇ ਸਾਰੇ ਸਟਾਰਸ ਨੇ ਘੋਸ਼ਣਾ ਕੀਤੀ ਸੀ ਕਿ ਫਿਲਮ ਰਨਵੇ 34 ਦਾ ਟ੍ਰੇਲਰ 21 ਮਾਰਚ 2022 ਨੂੰ ਰਿਲੀਜ਼ ਕੀਤਾ ਜਾਵੇਗਾ। ਇਸ ਘੋਸ਼ਣਾ ਦੇ ਬਾਅਦ ਤੋਂ ਹੀ ਇਸ ਫਿਲਮ ਦੇ ਟ੍ਰੇਲਰ ਦਾ ਦਰਸ਼ਕਾਂ ਦੇ ਵਿੱਚ ਬੇਸਬਰੀ ਦੇ ਨਾਲ ਇੰਤਜ਼ਾਰ ਸੀ। ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇੱਕ ਸੱਚੀ ਘਟਨਾ ਤੇ ਆਧਾਰਿਤ ਇਹ ਦੱਸੀ ਜਾ ਰਹੀ ਹੈ। ਫਿਲਮ ਦੇ ਵਿੱਚ ਅਜੇ ਦੇਵਗਨ ਕੈਪਟਨ ਵਿਕਰਾਂਤ ਖੰਨਾ ਦੀ ਭੂਮਿਕਾ ਦੇ ਵਿੱਚ ਨਜ਼ਰ ਆ ਰਹੇ ਨੇ। ਉੱਥੇ ਰਕੁਲਪ੍ਰੀਤ ਸਿੰਘ ਨੂੰ ਉਹਨਾਂ ਦੀ ਕੋ-ਪਾਇਲਟ ਤਾਨਿਆ ਦੇ ਰੂਪ ਦੇ ਵਿੱਚ ਦੇਖਿਆ ਜਾ ਸਕਦਾ ਹੈ। ਫਿਲਮ ਦੇ ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਦੇ ਵਿਜ਼ੂਅਲਸ ਦੇਖਣ ਲਾਇਕ ਨੇ। ਇਸ ਫਿਲਮ ਦੇ ਵਿੱਚ ਉਹਨਾਂ ਪਹਿਲੂਆਂ ਨੂੰ ਦਿਖਾਇਆ ਗਿਆ ਜਿਸ ਤੋਂ ਕਾਫੀ ਲੋਕ ਅਣਜਾਣ ਨੇ। ਕਹਾਣੀ ਨੂੰ ਪਾਇਲਟ ਦੇ ਨਜ਼ਰੀਏ ਦੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ। ਫਿਲਮ ਦੇ ਵਿੱਚ ਅਮਿਤਾਭ ਬੱਚਨ ਇੱਕ ਵਕੀਲ ਦੀ ਭੂਮਿਕਾ ਦੇ ਵਿੱਚ ਨਜ਼ਰ ਆ ਰਹੇ ਨੇ। ਕੋਰਟ ਦੇ ਵਿੱਚ ਉਹਨਾਂ ਦੇ ਤਿੱਖੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਅਜੇ ਦੇਵਗਨ ਨਾਕਾਮ ਦਿਖਦੇ ਨੇ। ਇਸ ਫਿਲਮ ਦਾ ਨਿਰਮਾਣ ਅਜੇ ਦੇਵਗਨ ਦੇ ਪ੍ਰੋਡਕਸ਼ਨ ਹਾਊਸ ਵੱਲੋਂ ਕੀਤਾ ਗਿਆ। ਅਜੇ ਦੇਵਗਨ ਦੇ ਨਿਰਦੇਸ਼ਨ 'ਚ ਬਣੀ ਇਸ ਫਿਲਮ ਦੇ ਵਿੱਚ ਮਸ਼ਹੂਰ ਯੂਟਿਊਬਰ ਕੈਰੀ ਮਿਨਾਟੀ ਵੀ ਹੈ। ਉਹਨਾਂ ਦੀ ਇਹ ਡੈਬਿਊ ਫਿਲਮ ਹੈ। ਫਿਲਮ ਦੇ ਵਿੱਚ ਅਜੇ ਦੇਵਗਨ, ਅਮਿਤਾਭ ਬੱਚਨ ਅਤੇ ਰਕੁਲਪ੍ਰੀਤ ਤੋਂ ਇਲਾਵਾ ਅੰਗੀਰਾ ਧਰ, ਬੋਮਨ ਇਰਾਨੀ, ਆਕਾਂक्षा ਸਿੰਘ ਵੀ ਨਜ਼ਰ ਆਉਣ ਵਾਲੇ ਨੇ। ਇਹ ਫਿਲਮ 29 ਅਪ੍ਰੈਲ ਨੂੰ ਸਿਨੇਮਾ ਘਰਾਂ ਦੇ ਵਿੱਚ ਦਸਤਕ ਦੇਵੇਗੀ। ਦੱਸਦੇ ਚੱਲੀਏ ਕਿ ਫਿਲਮ ਰਨਵੇ 34 ਦੀ ਕਹਾਣੀ ਜੈਟ 에ਅਰਵੇਜ਼ ਦੀ ਦੋਹਾ ਕੋਚ ਫਲਾਈਟ ਦੀ ਇੱਕ ਸੱਚੀ ਘਟਨਾ ਤੋਂ ਪ੍ਰੇਰਿਤ ਹੈ। ਇਹ ਘਟਨਾ ਸਾਲ 2015 ਦੀ ਹੈ, ਜਦ ਖਰਾਬ ਮੌਸਮ ਅਤੇ ਬਹੁਤ ਹੀ ਘੱਟ ਵਿਜ਼ਿਬਿਲਿਟੀ ਦੇ ਬਾਵਜੂਦ ਪਲੇਨ ਦੇ ਪਾਇਲਟ ਨੇ ਕਈ ਮੁਸ਼ਕਿਲਾਂ ਦੇ ਬਾਵਜੂਦ 에ਅਰਪੋਰਟ ਤੇ ਫਲਾਈਟ ਨੂੰ ਲੈਂਡ ਕਰਾ ਦਿੱਤਾ ਸੀ। ਅਜਿਹਾ ਕਿਹਾ ਜਾਂਦਾ ਹੈ ਕਿ ਇਹ ਇੱਕ ਤਰ੍ਹਾਂ ਦੇ ਨਾਲ ਬਲਾਈਂਡ ਲੈਂਡਿੰਗ ਸੀ। ਇਸ ਬਲਾਈਂਡ ਲੈਂਡਿੰਗ ਦੇ ਵਿੱਚ ਕਰੀਬ 150 ਯਾਤਰੀਆਂ ਦੀ ਜਾਨ ਦਾਅ ਤੇ ਲੱਗੀ ਹੋਈ ਸੀ। ਆਪਣੇ ਇਸ ਕਾਰਨਾਮੇ ਦੇ ਲਈ ਫਲਾਈਟ ਦੇ ਕੈਪਟਨ ਨੂੰ ਡਿਮੋਸ਼ਨ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਹਨਾਂ ਦੇ ਰੈਂਕ ਨੂੰ ਕੈਪਟਨ ਤੋਂ ਕੋ-ਪਾਇਲਟ ਕਰ ਦਿੱਤਾ ਗਿਆ ਸੀ।
ਇਸ ਨਾਲ ਅੱਜ ਦੀਆਂ ਬਾਲੀਵੁੱਡ ਦੀਆਂ ਕੁਝ ਖਾਸ ਖਬਰਾਂ ਚੋਣਾਂ ਤੇ ਮਾਰੀ ਆਪਾਂ ਨਜ਼ਰ। ਤੁਹਾਨੂੰ ਇਹ ਪ੍ਰੋਗਰਾਮ ਕਿਹੋ ਜਿਹਾ ਲੱਗਾ ਤੁਸੀਂ ਸਾਨੂੰ ਦੱਸਣਾ ਨਹੀਂ ਭੁੱਲਣਾ ਤੇ ਨਾਲ ਦੀ ਨਾਲ ਸਾਡਾ ਚੈਨਲ ਵੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਫਿਲਹਾਲ ਦੇ ਲਈ ਐਂਟਰਟੇਨਮੈਂਟ ਦੇ ਸੈਗਮੈਂਟ ਯਾਨੀ ਕਿ ਸਪਾਈਸੀ ਰੀਲਸ ਦੇ ਵਿੱਚ ਇੰਨਾ ਹੀ। ਹੁਣ ਆਪਣੀ ਦੋਸਤ ਅਮਨਦੀਪ ਨੂੰ ਦਿਓ ਇਜਾਜ਼ਤ। ਧੰਨਵਾਦ।